क्योंकि असीं कोई गल कहंदे आ तुहानू कि पंडित कहते हैं हाथों की लकीरें ठीक ना हो तो जिंदगी खूबसूरत नहीं होती। पंडित कहते हैं हाथों की लकीरें ठीक ना हो तो जिंदगी खूबसूरत नहीं होती, मगर हम ये कहते हैं सर पर हो मुर्शिद का हाथ तो लकीरों की जरूरत नहीं होती। ये कहते ना तेरी अखां दी लकीरां माड़ियां आ तां तेरी जिंदगी माड़ी है, आ लकीर देख टेढ़ी है, आ लकीर बिंगी है, छोटी है, तां ही तेरे जीवन च दुख है। जे लकीरां वधिया होंदियां जिंदगी वधिया होनी सी, पर असीं कहांगे लकीरां दी फिकर ना करो क्योंकि रब तां उन्हां नूं भी दिंदा जिन्हां दे हत्थ नहीं हुंदे। देखिया दुनिया ते तुसीं जिन्हां दे हत्थ ही कट्टे गए फिर उन्हां नूं रोटी कित्थों मिल रही है? जे लकीरां नाल ही मिलदी भाई उन्हां दे लकीरां ही चलियां गईयां, ਉਹ ਕਦੋਂ ਦੇ ਦੁਨੀਆ ਤੋਂ ਚਲੇ ਜਾਂਦੇ, ਪਰ ਉਹ ਵੀ ਜ਼ਿੰਦਗੀ ਜੀ ਰਹੇ ਆ, ਸੁੱਖ ਦੁੱਖ ਉਹਨਾਂ ਦੇ ਜੀਵਨ 'ਚ ਵੀ ਆ ਰਹੇ। ਇਹਦਾ ਮਤਲਬ ਲਕੀਰਾਂ ਦੀ ਲੋੜ ਨਹੀਂ ਹੈ, ਉਹਦੀਆਂ ਰਹਿਮਤਾਂ ਦੀ ਲੋੜ ਹੈ। ਕਾਹਦੀ ਲੋੜ ਹੈ? ਉਹਦੀਆਂ ਬਸ ਜਿਹੜਾ ਇਹ ਸਮਝ ਲੈਣਾ ਮੈਨੂੰ ਉਹਦੀਆਂ ਰਹਿਮਤਾਂ ਦੀ ਲੋੜ ਹੈ, ਫਿਰ ਉਹਨੂੰ ਰਹਿਮਤ ਮਿਲਦੀ ਵੀ ਹੈ ਔਰ ਉਹਦੀ ਜ਼ਿੰਦਗੀ ਬਦਲਦੀ ਵੀ ਹੈ। ਇਸ ਲਈ ਉਹਦੀ ਰਹਿਮਤ ਤੇ ਯਕੀਨ ਕਰਨਾ, ਉਹਦੀ ਕਿਰਪਾ ਤੇ ਯਕੀਨ ਕਰਨਾ। ਸਮਝਦੇ ਹੋ ਕਿ ਨਹੀਂ? ਕਰੋਗੇ ਕਿ ਨਹੀਂ ਅੱਜ ਤੋਂ? इसलिए पुत बनना जे कपुत बनना बंद कर दिओ, अज तो कपुत बनना बंद कर दिओ, क्योंकि जे पैदा सानू साडे प्रभु ने कीता है तो अज तो विश्वास भी उत्ते ही करना है, अज तो तारा भी उहदे नाल ही जोड़नियां है। इसलिए हरी कृपा कैसे मिले जब पूत ही हुआ कपूत, भरमों में जग उलझा नहीं किया गुरु पीर, सहजो मिले ना सिंध को जूं तलाब का नीर। ਕਹਿੰਦੇ ਹੈ ਕਿ ਜਿਹੜਾ ਭਰਮਾਂ 'ਚ ਹੀ ਉਲਝਿਆ ਰਹਿੰਦਾ ਹੈ, ਕਿਸੇ ਕਾਮਿਲ ਗੁਰੂ ਮੁਰਸ਼ਿਦ ਨਾਲ ਨਹੀਂ ਜੁੜਦਾ, ਉਹਦੀ ਹਾਲਤ ਪਤਾ ਕੀ ਹੁੰਦੀ ਹੈ? ਜਿੱਦਾਂ ਇੱਕ ਤਲਾਬ ਹੁੰਦਾ ਨਾ ਛੋਟਾ ਜਿਹਾ ਛੱਪੜ, ਉਹ ਛੱਪੜ ਦਾ ਛੱਪੜ ਹੀ ਰਹਿ ਜਾਂਦਾ, ਗੰਦਾ ਹੋ ਜਾਂਦਾ, ਖਤਮ ਹੋ ਜਾਂਦਾ, ਪਰ ਕਦੀ ਸਮੁੰਦਰ ਤੱਕ ਨਹੀਂ ਪਹੁੰਚਦਾ। ਸਮੁੰਦਰ ਤੱਕ ਤਾਂ ਨਦੀ ਪਹੁੰਚਦੀ ਹੈ ਜਿਹੜੀ ਬਹਿੰਦੀ ਹੈ ਔਰ ਇੱਕ ਦਿਨ ਸਮੁੰਦਰ ਵਿੱਚ ਲੀਨ ਹੋ ਜਾਂਦੀ ਹੈ। ਉਹ ਕਹਿੰਦੇ ਇਸੇ ਤਰ੍ਹਾਂ ਤੂੰ ਵੀ ਸੱਚੇ ਸਤਿਗੁਰ ਰੂਪੀ ਨਦੀ ਨਾਲ ਜੁੜ ਜਾ, ਕਿਉਂਕਿ ਜਿਹੜੀ ਨਦੀ ਉਹਦੇ ਤੱਕ ਜਾਂਦੀ ਹੈ ਨਾ, ਉਹ ਸਤਿਗੁਰ ਰੂਪੀ ਨਦੀ ਨਾਲ ਜੁੜ ਜਾਏਗਾ, ਉਹ ਤੈਨੂੰ ਵੀ ਉਹਦੇ ਤੱਕ ਲੈ ਜਾਣਗੇ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਜਾਣਾ ਕਿ ਨਹੀਂ ਪ੍ਰਭੂ ਤੱਕ? ਤੇ ਐਸੇ ਸੰਤ ਫਕੀਰ ਨਾਲ ਜੁੜੋ ਜੋ ਸਾਨੂੰ ਉਹਦੇ ਨਾਲ ਜੋੜ ਦੇਵੇ, ਭਰਮਾਂ ਚੋਂ ਕੱਢ ਦੇਵੇ ਸਾਨੂੰ। ਹੁਣ ਅਗਲੀ ਲਾਈਨ, ਆਖਰੀ ਲਾਈਨ 'ਚ ਸਹਿਜੋ ਕੀ ਕਹਿੰਦੀ, ਫਿਰ ਸਤਸੰਗ ਦੀ ਸਮਾਪਤੀ ਕਰਾਂਗੇ। ਅੰਤਿਮ ਲਾਈਨ 'ਚ ਸਹਿਜੋ ਕਹਿੰਦੀ ਹੈ ਜਿੱਦਾਂ ਦੱਸਿਆ ਕਿ ਸਹਿਜੋ ਮਿਲੇ ਨਾ ਸਿੰਧ ਕੋ ਜੂੰ ਤਲਾਬ ਕਾ ਨੀਰ, ਔਰ ਆਖਰੀ ਲਾਈਨ 'ਚ ਕੀ ਕਹਿੰਦੀ ਹੈ ਕਿ ਸਤਿਗੁਰ ਕਹੇ ਸੋ ਬਾਤ ਨਾ ਮਾਨੇ ਜਗਤ ਕਹੇ ਕਰੇ ਸੋਏ, ਗੱਜ ਸੇ ਉਤਰ ਕਰ खर पर चढ़ी है जे कोई बात ना होए। जरा समझना, हुण एक गल दा जवाब देना इत्थे, फिर सहजो वाली गल पूरी करांगे कि एक आदमी हाथी दे बह के जा रहा है, हाथी दे उपर बह के जा रहा, रस्ते कुत्ते भौंक रहे हैं, उन्होंने कोई फर्क है? जिहड़ा हाथी चले कुत्ते तो डरेगा? वो कुत्ते दूरों दूरों भौंक रहे हैं क्योंकि पता हाथी दे लागे जाण दी किसी कुत्ते दी हिम्मत नहीं है। हुण जदों जा रहा है तो वो उपर बैठा आदमी सोचे, ਉੱਪਰ ਬੈਠਾ ਆਦਮੀ ਸੋਚੇ ਯਾਰ ਕੁੱਤੇ ਬੜੇ ਭੌਂਕ ਰਹੇ ਆ, ਕਦੀ ਕੁੱਤੇ ਦੀ ਸਵਾਰੀ ਨਹੀਂ ਕੀਤੀ, ਇਹ ਹਾਥੀ ਤੋਂ ਉੱਤਰ ਕੇ ਕੁੱਤੇ ਤੇ ਬਹਿ ਜਾਵਾਂ ਫਿਰ ਕੀ ਗੱਲ ਬਣੇਗੀ? ਹੁਣ ਉਹ ਸਮਝਦਾਰ ਬੰਦਾ ਕੀ ਕਰਦਾ? ਹੁਣ ਸਮਝਦਾਰ ਕਿਉਂ ਕਹਿ ਰਹੇ ਹੈ ਤਾਂ ਬੇਵਕੂਫ ਹੀ, ਪਰ ਉਹ ਕਹਿੰਦਾ ਲੈ ਹਾਥੀ ਤੇ ਤਾਂ ਬੜੀ ਢੇਰ ਹੋ ਗਈ ਬੈਠੇ ਨੇ, ਕੋਈ ਕੁੱਤੇ ਤੇ ਬਹਿ ਕੇ ਦੇਖਾਂ। ਹਾਥੀ ਤੋਂ ਉਤਰਿਆ ਉਹ ਔਰ ਕੁੱਤੇ ਨੂੰ ਫੜ ਕੇ ਕੰਨ ਉਹਦੇ ਉੱਤੇ ਬੈਠਣ ਲੱਗਾ। ਜਿੱਦਾਂ ਹੀ ਬੈਠਣ ਲੱਗਾ ਤਾਂ ਕੀ ਹੋਇਆ? ਕੁੱਤੇ ਨੇ ਮਾਰ ਲਿਆ ਮੁੱਚ, ਸਾਰੇ ਕੁੱਤੇ ਇਕੱਠੇ ਹੋ ਗਏ। ਹੁਣ ਲਹੂ ਲਹਾਨ ਹੋ ਕੇ ਕਹਿੰਦਾ ਇਹਨਾਂ ਤੋਂ ਚੰਗਾ ਹਾਥੀ ਤੇ ਬੈਠਾ ਰਹਿੰਦਾ। ਹੁਣ ਇਹਨੂੰ ਸਮਝਦਾਰ ਕਹੋਗੇ ਬੇਵਕੂਫ? ਆਵਾਜ਼ ਨਹੀਂ ਆਈ? ਮੂਰਖ ਕਹੋਗੇ ਮੂਰਖ? ਤਾਂ ਹੁਣ ਜ਼ਰਾ ਸੋਚੋ, ਉਹਨੂੰ ਤਾਂ ਮੂਰਖ ਕਹਿੰਦੇ, ਤੁਸੀਂ ਕੀ ਹੈ? ਤੁਸੀਂ ਕਹਣਾ ਜੀ ਅਸੀਂ ਕੀ ਕੀਤਾ ਇਦਾਂ ਦਾ, ਅਸੀਂ ਤਾਂ ਹਾਥੀ ਤੋਂ ਉਤਰ ਕੇ ਕੁੱਤੇ ਤੇ ਬੈਠੇ ਹੀ ਨਹੀਂ। ਪਰ ਇੱਥੇ ਕੀ ਸਹਿਜੋ ਕਹਿ ਰਹੀ ਹੈ? ਗੱਜ ਕਹਿੰਦੇ ਆ ਹਾਥੀ ਨੂੰ ਕਿ ਜਦੋਂ ਅਸੀਂ ਸੰਤਾਂ ਦੀ ਵਚਨ ਸੁਣਦੇ ਆ, ਸੱਚੇ ਸੰਤਾਂ ਦੇ ਵਚਨਾਂ ਤੇ ਯਕੀਨ ਕਰਦੇ ਆ, ਤਾਂ ਸੰਤਾਂ ਦੇ ਵਚਨ ਗੱਜ ਦੀ ਤਰ੍ਹਾਂ ਹੈ, ਹਾਥੀ ਦੀ ਤਰ੍ਹਾਂ ਹੈ ਕਿ ਉਹਨਾਂ ਤੇ ਯਕੀਨ ਕਰਾਂਗੇ ਤਾਂ ਕੋਈ ਦੁਨੀਆ ਦੀ ਤਕਲੀਫ ਦੁੱਖ ਕੁੱਤਾ ਬਿੱਲਾ ਸਾਡੇ ਨੇੜੇ ਆ ਹੀ ਨਹੀਂ ਸਕਦਾ। ਪਰ ਜਦੋਂ ਸੰਤਾਂ ਦੇ ਵਚਨਾਂ ਤੇ ਯਕੀਨ ਕਰਨ ਦੀ ਬਜਾਏ ਅਸੀਂ ਦੁਨੀਆ ਦੀਆਂ ਗੱਲਾਂ ਤੇ ਯਕੀਨ ਕਰਨ ਲੱਗ ਜਾਂਦੇ ਆ, ਦੁਨੀਆ ਦੀਆਂ ਗੱਲਾਂ ਤੇ, ਆਂਡੀਆਂ ਗੁਆਂਢੀਆਂ ਦੀਆਂ ਗੱਲਾਂ ਤੇ, ਦੁਨੀਆ ਕਹਿੰਦੀ ਉਹ ਇਹ ਨਹੀਂ ਹੋਣਾ, ਆ ਤੇਰਾ ਦੁੱਖ ਦੂਰ ਨਹੀਂ ਹੋਣਾ, ਆ ਤੈਨੂੰ ਨਹੀਂ ਕੁਝ ਮਿਲਣਾ, ਅਸੀਂ ਉਹਨਾਂ ਦੀ ਗੱਲ ਮੰਨ ਲੈਂਦੇ ਤਾਂ ਸੰਤਾਂ ਦੇ ਵਚਨਾਂ ਨੂੰ ਭੁੱਲ ਜਾਂਦੇ ਆ। ਸੰਤ ਕਹਿੰਦੇ ਰੱਬ ਦਾ ਸਿਮਰਨ ਕਰੋ, ਉਹ ਨਹੀਂ ਕਰਦੇ ਤਾਂ ਦੁਨੀਆ ਕਹਿ ਦੇਵੇ ਨਾ ਉਹ ਅੱਧੀ ਰਾਤ ਨੂੰ ਜਾ ਕੇ ਨਾ ਉੱਥੇ ਦੀਵਾ ਜਗਾ ਦੇ ਸਭ ਕੁਝ ਹੋ ਜਾਏਗਾ, ਉਹ ਕਰਨ ਤੁਰ ਪੈਂਦੇ ਆ ਅਸੀਂ। ਇਹ ਤਾਂ ਵੀ ਉਹੀ ਗੱਲ ਹੈ, ਸੰਤਾਂ ਦੇ ਵਚਨ ਹਾਥੀ ਦੀ ਤਰ੍ਹਾਂ ਹੈ, ਉੱਥੋਂ ਉਤਰ ਕੇ ਤਾਂ ਉਹਨਾਂ ਲੋਕਾਂ ਦੀ ਗੱਲ ਮੰਨਾਂਗੇ ਤਾਂ ਫਿਰ ਇਹੀ ਹੈ ਕਿ ਆਪਣੇ ਹਾਥੀ ਨੂੰ ਛੱਡ ਕੇ ਕੁੱਤੇ ਦੇ ਉੱਪਰ ਸਵਾਰੀ ਕਰਨੇ ਆ ਤਾਂ ਮਿਲਣਾ ਕੁਝ ਨਹੀਂ, ਉਲਟਾ ਨੁਕਸਾਨ ਹੋ ਜਾਣਾ। ਹੁਣ ਜਰਾ ਸੋਚੋ, ਕੋਈ ਕਵੇ ਉਹ ਅੱਧੀ ਰਾਤ ਨੂੰ ਚੁਰਾਹੇ 'ਚ ਜਾ ਕੇ ਦੀਵਾ ਬਾਲ ਦੇ, ਹੁਣ ਤੁਸੀਂ ਜਾਣਾ ਪਤਾ ਕਿ ਮੂੰਹ ਲੁਕੋ ਕੇ ਕੋਈ ਦੇਖੇ ਨਾ, ਇਹ ਤਾਂ ਕਹਿਣਾ ਟੂਣਾ ਕਰਦਾ ਪਿਆ ਕੋਈ,
ਹੁਣ ਜੇ ਕਿਸੇ ਨੇ ਦੇਖ ਲਿਆ ਤੁਹਾਡੀ ਇੱਜ਼ਤ ਕੀ ਰਹਿਣੀ ਹੈ? ਨੁਕਸਾਨ ਹੀ ਹੋਇਆ, ਫਾਇਦਾ ਤਾਂ ਪਤਾ ਨਹੀਂ ਹੋਣਾ ਜਾਂ ਨਹੀਂ ਹੋਇਆ। ਪਹਿਲਾਂ ਨੁਕਸਾਨ ਕੀ ਹੋ ਗਿਆ ਕਿ ਲੋਕਾਂ ਦੀ ਨਜ਼ਰਾਂ 'ਚ ਆ ਗਿਆ ਭਾਈ ਇਹ ਬੰਦਾ ਜਾਦੂ ਕਰਨ ਵਾਲਾ ਹੈ। ਕਿਉਂਕਿ ਜੇ ਇੱਕ ਨੇ ਦੇਖ ਲਿਆ ਤਾਂ ਉਹਨਾਂ ਪੂਰੇ ਮਹੱਲੇ 'ਚ ਰੌਲਾ ਤਾਂ, ਕਿਉਂਕਿ ਖਬਰ ਤਾਂ ਇਦਾਂ ਫੈਲਦੀ ਹੈ, ਆਪਣੀ ਖਬਰ ਨਹੀਂ ਦੂਜਿਆਂ ਦੀ। ਇਸ ਕਰਕੇ ਗੱਜ ਤੇ ਬੈਠੇ ਹੋ ਨਾ, ਇਹ ਹੈ ਸੰਤਾਂ ਦੇ ਵਚਨ। ਹੁਣ ਜਿਹੜੇ ਜੀਵ ਸਾਡੇ ਨਾਲ ਜੁੜੇ ਹੈ, ਇਹੀ ਗੱਲ ਕਹਾਂਗੇ, ਯਕੀਨ ਰੱਖੋ ਜੇ ਤੁਹਾਨੂੰ ਕੁਝ ਕਹਿਤਾ ਨਾ ਕਿਰਪਾ ਹੋਏਗੀ, ਰਹਿਮਤ ਹੋਏਗੀ, ਤਾਂ ਦੁਨੀਆ ਜੋ ਮਰਜ਼ੀ ਕਹੀ ਜਾਵੇ, ਵਿਸ਼ਵਾਸ ਰੱਖੋ ਤਾਂ ਰਹਿਮਤਾਂ ਹੋਣਗੀਆਂ ਵੀ ਜ਼ਰੂਰ। ਆ ਹੁਣੇ ਤੁਸੀਂ ਦੇਖ ਰਹੇ ਸੀ 4.5 ਸਾਲ ਦੀ ਬੱਚੀ ਮੰਨਤ ਜਿਹਦਾ ਨਾਮ ਹੈ, ਸ਼ਬਦ ਗਾ ਰਹੀ ਸੀ, ਦੇਖਿਆ ਨਾ ਤੁਸੀਂ ਹੁਣੇ ਸਤਸੰਗ ਤੋਂ ਪਹਿਲਾਂ। ਇਹਨਾਂ ਨੇ ਤਕਰੀਬਨ ਸ਼ਾਇਦ ਕਿੰਨੇ ਸਾਲ ਹੋ ਗਏ ਸੀ ਪਹਿਲਾਂ ਫਲ ਪਵਾਇਆ? 8-10 ਸਾਲ ਪਹਿਲਾਂ ਫਲ ਪਵਾਇਆ। ਦੁਨੀਆ ਨੇ ਬਥੇਰਾ ਤੁਹਾਡੇ ਆ ਦੇ 8.5 ਸਾਲ ਦਰਬਾਰ ਨਾਲ ਜੁੜਿਆਂ ਨੂੰ ਹੋ ਗਏ ਸੀ। ਦੁਨੀਆ ਕਹਿੰਦੀ ਸੀ ਕੁਝ ਨਹੀਂ ਹੋਣਾ, ਕੁਝ ਨਹੀਂ ਹੋਣਾ, ਪਰ ਇਹ ਇਦਾਂ ਦੇ ਮਾਲਕਾਂ ਨਾਲ ਪਿਆਰ ਕਰਨ ਵਾਲੇ ਇੱਕ ਪਲ ਵੀ ਡੋਲੇ ਨਹੀਂ। ਇਹ ਕਹਿੰਦੇ ਸਾਨੂੰ ਆਪਣੇ ਮਾਲਕਾਂ ਤੇ ਪੂਰਾ ਯਕੀਨ ਹੈ ਕਿ ਸਾਨੂੰ ਖੁਸ਼ੀਆਂ ਦੇਣਗਾ ਤਾਂ ਮਾਲਕ ਜ਼ਰੂਰ ਦੇਗਾ। ਤਾਂ ਦੇਖ ਲਓ ਅੱਜ ਉਹ ਬੱਚਾ ਕਿੱਦਾਂ ਗੁੰਗੁਣਾ ਰਿਹਾ ਸੀ, ਜਿੱਥੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਇਹ ਬੱਚਾ ਨਹੀਂ ਹੋਣਾ, ਇਹਨਾਂ ਦੇ ਔਲਾਦ ਨਹੀਂ ਹੋਣੀ, ਅੱਜ ਉਹ ਬੱਚਾ ਤੁਹਾਡੇ ਸਾਹਮਣੇ ਮਾਲਕਾਂ ਦਾ ਗੁਣਗਾਨ ਕਰ ਰਿਹਾ ਸੀ। ਇਹਨੂੰ ਕਹਿੰਦੇ ਜੇ ਅਸੀਂ ਬਚਨ ਤੇ ਯਕੀਨ ਰੱਖਾਂਗੇ ਤਾਂ ਫਿਰ ਉਹਦਾ ਦਰ ਐਸਾ ਹੈ ਕਿ ਮੰਗਾਂਗੇ ਸ਼ਹਿਦ ਦੀ ਕੋਲੀ ਤਾਂ ਮਿਲਣੇ ਐ ਭਰੇ ਹੋਏ ਮਟਕੇ। ਬਸ ਗੱਲ ਤਾਂ ਵਿਸ਼ਵਾਸ ਦੀ ਹੈ। ਇਦਾਂ ਦੇ ਹੋਰ ਵੀ ਬਹੁਤ ਜੀਵ ਹੈ, ਜੇ ਖੜੇ ਕਰਨਾ ਚਾਹੀਏ ਕਰ ਸਕਦੇ ਆ। ਪੰਡੋਗੇ ਤੋਂ ਬਹੁਤ ਹੈ, ਆ ਪ੍ਰੀਤਮ ਬੈਠਾ, ਹੋਰ ਬਹੁਤ ਇੱਥੇ ਹੈ, ਇਸ਼ਾਰਾ ਕਰ ਰਿਹਾ ਮਾਲਕੋ ਦੱਸੋ, ਪਰ ਇਹ ਟਾਈਮ ਨਹੀਂ ਹੈ। ਪਰ ਇੰਨੀ ਗੱਲ ਦੱਸ ਦੇਵਾਂਗੇ ਕਿ ਸੰਤਾਂ ਦੇ ਵਚਨ ਉਹ ਹਾਥੀ ਦੀ ਤਰ੍ਹਾਂ ਹੈ ਕਿ ਜਿਹੜਾ ਹਾਥੀ ਤੇ ਸਵਾਰ ਹੋ ਗਿਆ ਨਾ, ਫਿਰ ਉਹ ਮਸਤੀ ਦੇ ਨਾਲ ਚੱਲਦਾ ਚੱਲਦਾ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਤਾਂ ਜਿਹੜਾ ਹਾਥੀ ਦੀ ਸਵਾਰੀ ਛੱਡ ਕੇ ਕੁੱਤੇ ਦੀ ਸਵਾਰੀ ਕਰੇਗਾ ਤਾਂ ਪਹੁੰਚਣਾ ਕਿਤੇ ਨਹੀਂ, ਉਲਟਾ ਚੱਕ ਕੇ ਲਿਜਾਣਾ ਪੈਣਾ ਉਹਨੂੰ ਹਸਪੀਟਲ। ਹੁਣ ਤੁਸੀਂ ਹਸਪੀਟਲ ਜਾਣ ਵਾਲੇ ਕੰਮ ਨਾ ਕਰਿਓ, ਸਮਝਦੇ ਹੋ ਕਿ ਨਹੀਂ? ਦੁਨੀਆ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਨਾ, ਆਪਣੇ ਮਾਲਕ ਦੀਆਂ ਗੱਲਾਂ ਤੇ ਯਕੀਨ ਕਰਨਾ ਹੈ। ਸੰਤਾਂ ਫਕੀਰਾਂ ਦੇ ਵਚਨਾਂ ਤੇ ਯਕੀਨ ਕਰਨਾ। ਬੋਲੋ ਕਰੋਗੇ ਕਿ ਨਹੀਂ? ਸਮਝਦੇ ਹੋ ਕਿ ਨਹੀਂ? ਇਹਨੂੰ ਕਹਿੰਦੇ ਹੈ ਕਿ ਗੱਜ ਸੇ ਉਤਰ ਕਰ ਕੁਕਰ ਪਰ ਚੜੀ ਹੈ। ਜੇ ਕੋਈ ਬਾਤ ਨਾ ਹੋਏ, ਉਹ ਕਹਿੰਦੇ ਗੱਲ ਨਹੀਂ ਹੈ ਕੋਈ ਹਾਥੀ ਛੱਡ ਕੇ ਕੁੱਤੇ ਤੇ ਖੜੀ ਸਵਾਰੀ ਕਰੇ, ਇਹ ਕੋਈ ਸਮਝਦਾਰੀ ਨਹੀਂ ਹੈ। ਇਸ ਲਈ ਸਮਝਦਾਰ ਉਹੀ ਹੈ ਜਿਹੜਾ ਕੁੱਤਿਆਂ ਬਿੱਲੀਆਂ ਤੋਂ ਬਚਣਾ ਚਾਹੁੰਦਾ ਹੈ, ਉਹ ਹਾਥੀ ਤੇ ਸਦਾ ਸਵਾਰ ਰਹੇ। ਤਾਂ ਤੁਸੀਂ ਵੀ ਆਪਣੇ ਮਾਲਕ ਦੇ ਵਚਨਾਂ ਤੇ ਯਕੀਨ ਰੱਖੋ, ਵਿਸ਼ਵਾਸ ਰੱਖੋ, ਤਾਂ ਤੁਸੀਂ ਵੀ ਹਰ ਦੁੱਖ ਤੋਂ ਬਚੇ ਰਹੋਗੇ। ਅੰਦਰ ਵਿਸ਼ਵਾਸ ਪੂਰਾ ਚਾਹੀਦਾ ਹੈ, ਯਕੀਨ ਪੂਰਾ ਚਾਹੀਦਾ ਹੈ। ਸਮਝ ਆ ਗਈ ਕਿ ਨਹੀਂ? ਇਸ ਲਈ ਇੱਕ ਗੱਲ ਕਹਾਂਗੇ कि पंडित कहते हैं कहीं भी जाने से पहले राशि दिन मुहूर्त देख के निकला करो। कहीं भी जाने से पहले राशि दिन मुहूर्त देख के निकला करो। बहुत ऐसे होंगे जिहड़े अखबार च पहले अपनी राशि पढ़ते हैं, अज मेरी राशि च की है, पढ़ता कोई इत्थे? अजकल टीवियां ते भी सुनते, मोबाइलां च भी पढ़न लग पैंदे। अज देखा मुहूर्त चंगा कि नहीं मेरे वास्ते, राशि चंगी है कि नहीं मेरे वास्ते? तो याद रखो, हुण जरा हुण ध्यान देना। ਹੁਣ ਫਰਜ਼ ਕਰੋ ਕਿੰਨੇ ਜੀਵ ਇੱਥੇ ਜਿਨ੍ਹਾਂ ਦਾ ਨਾਮ ਰਾਰੇ ਤੋਂ ਸ਼ੁਰੂ ਹੁੰਦਾ, ਆਰ ਤੋਂ ਸ਼ੁਰੂ ਹੁੰਦਾ, ਰਾਰੇ ਤੋਂ। ਕਿੰਨੇ ਜੀਵ ਹੱਥ ਖੜਾ ਕਰੋ ਜਿਨ੍ਹਾਂ ਦਾ ਨਾਮ ਰਾ ਤੋਂ ਸ਼ੁਰੂ ਹੁੰਦਾ, ਰਾਰੇ ਤੋਂ। ਹੁਣ ਦੇਖੋ ਕਿੰਨੇ। ਹੁਣ ਸਾਰੇ ਦੀ ਰਾਸ਼ੀ ਇੱਕ ਹੈ ਪਰ ਜ਼ਿੰਦਗੀ ਇੱਕ ਹੈ ਸਾਰਿਆਂ ਦੀ। ਪਰੇਸ਼ਾਨੀਆਂ ਟੈਨਸ਼ਨਾਂ ਅਲੱਗ-ਅਲੱਗ ਹੈ ਕਿ ਨਹੀਂ? ਜਵਾਬ ਦਿਓ ਜੇ ਇੱਕੋ ਹੀ ਪਰੇਸ਼ਾਨੀ ਹੈ ਕਿ ਨਹੀਂ ਜੀ ਮੇਰਾ ਵੀ ਢਿੱਡ ਦੁਖਦਾ, ਉਹਦਾ ਢਿੱਡ, ਉਹਦਾ ਵੀ ਢਿੱਡ, ਉਹਦਾ ਵੀ ਢਿੱਡ, ਸਾਰੇ ਢਿੱਡ ਹੀ ਦੁਖਦੇ ਆ। ਹਾਂ ਵੀ ਇਹ ਰਾਸ਼ੀ ਦਾ ਕੰਟਰੋਲ ਹੈ, ਇਹ ਰਾਸ਼ੀ ਮਾੜੀ ਹੈ, ਸਾਰੇ ਢਿੱਡ ਦੁਖਾ ਰਹੀ ਹੈ। ਪਰ ਹੈ ਕਿਸੇ ਨੂੰ ਇਦਾਂ? ਹੁਣ ਕਿੰਨੇ ਨਾਮ ਹੈ ਜਿਹਨਾਂ ਦਾ ਕੱਕੇ ਤੋਂ ਸ਼ੁਰੂ ਹੁੰਦਾ, ਵੇ ਕਾਂ ਤੋਂ। ਕਾਲੇ ਹੈ, ਦੇਖੋ ਕਾਲੇ ਵੀ ਕਾਫੀ ਹੈ। ਹੁਣ ਤੁਹਾਡੀ ਵੀ ਰਾਸ਼ੀ ਇੱਥੇ ਤੱਕ ਕਵਾਂਗੇ, ਰਾਮ ਔਰ ਰਾਵਣ, ਕ੍ਰਿਸ਼ਨ ਔਰ ਕੰਸ, ਰਾਸ਼ੀ ਇੱਕੋ ਹੀ ਸੀ ਪਰ ਕਰਮ ਅਲੱਗ-ਅਲੱਗ ਸੀ। ਇਸ ਲਈ ਇੱਥੇ ਇੱਕ ਗੱਲ ਦਵਾਂਗੇ, ਰਾਸ਼ੀਆਂ ਦੇ ਚੱਕਰ 'ਚ ਨਹੀਂ ਪੈਣਾ। ਇਹ ਭਰਮਾਂ 'ਚ ਪਾਇਆ ਜਾ ਰਿਹਾ ਇਨਸਾਨ ਨੂੰ, ਸਮਝਦੇ ਹੋ ਕਿ ਨਹੀਂ? ਰਾਸ਼ੀਆਂ ਤਾਂ ਲੱਖਾਂ ਹੀ ਦੁਨੀਆ ਦੇ ਲੋਕ ਹੋਣਗੇ, ਇੱਕੋ ਹੀ ਹੈ, ਪਰ ਸਾਰਿਆਂ ਦੀ ਜਿੱਦਾਂ ਕਹਿ ਲਓ ਜ਼ਿੰਦਗੀ ਅਲੱਗ-ਅਲੱਗ ਹੁੰਦੀ ਹੈ। ਕਦੀ ਵੀ ਰਾਸ਼ੀਆਂ ਸਾਨੂੰ ਸੁੱਖ ਦੁੱਖ ਨਹੀਂ ਦਿੰਦੀਆਂ। ਜਦ ਵੀ ਸਾਨੂੰ ਸੁੱਖ ਜਾਂ ਦੁੱਖ ਮਿਲਦਾ ਤਾਂ ਸਾਡੇ ਆਪਣੇ ਕਰਮਾਂ ਨਾਲ ਮਿਲਦਾ ਹੈ। ਅਸੀਂ ਕਰਮ ਕੀ ਕਰਦੇ ਹਾਂ? ਕਿਉਂਕਿ ਕਰਨੀ ਆਪੋ ਆਪਣੀ, ਕਹਿ ਨੇੜੇ ਕਹਿ ਦੂਰ। ਕਹਿੰਦੇ ਕੋਇਲ ਵੀ ਕਾਲੀ ਭਈ, ਕੋਇਲ ਵੀ ਕਾਲੀ ਭਈ, ਕਾਲਾ ਭਿਆ ਕਾਗ। ਕਊਆ ਵੀ ਕਾਲਾ ਹੀ ਹੁੰਦਾ ਤਾਂ ਕੋਇਲ ਵੀ ਕਾਲੀ ਹੁੰਦੀ ਹੈ। ਕੋਇਲ ਵੀ ਕਾਲੀ ਭਈ, ਕਾਲਾ ਭਿਆ ਕਾਗ, ਬਾਣੀ ਕਰਮ ਸੇ ਤੈਅ ਕਰੇ ਦੋਨੋਂ ਆਪਣਾ ਭਾਗ। ਦੋਨਾਂ ਦਾ ਭਾਗ ਉਹਨਾਂ ਦੀ ਆਪਣੀ ਬਾਣੀ ਨਾਲ ਹੁੰਦਾ। ਕੋਇਲ ਕੂ ਕੂ ਕਰਦੀ ਹੈ, ਸਾਰਿਆਂ ਨੂੰ ਚੰਗੀ ਲੱਗਦੀ ਹੈ। ਕਊਆ ਕਾਂਗਾ ਕਰਦਾ, ਪੱਥਰ ਖਾਂਦਾ ਹੈ। ਰੰਗ ਤਾਂ ਇੱਕੋ ਹੀ ਹੈ ਨਾ, ਰਾਸ਼ੀ ਵੀ ਇੱਕੋ ਹੀ ਹੈ। ਕਾ ਕੋਇਲ, ਕਾ ਕਾਗ, ਰਾਸ਼ੀ ਵੀ ਇੱਕ ਹੈ ਪਰ ਇੱਕ ਨੂੰ ਅਸੀਂ ਪਿਆਰ ਕਰਦੇ ਹਾਂ, ਕੋਇਲ। ਤਾਂ ਹੀ ਤਾਂ ਕਹਿੰਦੇ ਨਾ ਕੋਇਲ ਸੀ ਤੇਰੀ ਬੋਲੀ। ਕਿਸੇ ਨੂੰ ਕਹਿੰਦਾ ਤੇਰੀ ਬੋਲੀ ਤਾਂ ਭਾਈ ਕੋਇਲ ਵਰਗੀ ਹੈ, ਬੜੀ ਮਿੱਠੀ ਆਵਾਜ਼ ਹੈ। ਤਾਂ ਹੁਣ ਜਰਾ ਗੌਰ ਕਰੋ, ਸੱਚ ਦੱਸਿਓ
ਤੁਸੀਂ ਕਿਸੇ ਨੂੰ ਕਹੋ ਨਾ ਤੇਰੀ ਬੋਲੀ ਕੋਇਲ ਵਰਗੀ, ਅਗਲੇ ਨੂੰ ਖੁਸ਼ੀ ਹੋਏਗੀ, ਹੋਏਗੀ ਕਿ ਨਹੀਂ? ਤਾਂ ਜੇ ਕਿਸੇ ਨੂੰ ਕਹੋ ਤੇਰੀ ਬੋਲੀ ਕਾਂ ਵਰਗੀ ਹੈ, ਅਗਲੇ ਨਾਲ ਲੜਨ ਪੈਣਾ, ਕਹਿਣਾ ਇੰਨੀ ਹਿੰਮਤ, ਕਾਂ ਵਰਗੀ ਬੋਲੀ, ਗਾਲ ਕੱਢਦਾ ਮੈਨੂੰ, ਲੜਨ ਪਏਗਾ ਤੁਹਾਨੂੰ। ਕਹਿਣਾ ਕੀ ਗੱਲ, ਉਹ ਵੀ ਕਾਲੀ, ਉਹ ਵੀ ਕਾਲੀ, ਉਹਦੀ ਰਾਸ਼ੀ ਵੀ ਕਾਂ ਤੋਂ ਹੁੰਦੀ, ਉਹਦੀ ਰਾਸ਼ੀ ਵੀ ਕਾਂ ਤੋਂ, ਰਾਸ਼ੀ ਤਾਂ ਦੋਨਾਂ ਦੀ ਮਿਥੁਨ ਹੀ ਬਣਦੀ ਹੈ। ਪਰ ਭਾਈ ਇੱਕ ਨੂੰ ਪਿਆਰ ਤੇ ਇੱਕ ਨਾਲ ਲੜਾਈ, ਤਕਰਾਰ ਇਹ ਕਿਉਂ? ਤਾਂ ਇਹ ਕੀ ਹੁੰਦਾ ਹੈ? ਇਹ ਸਾਡੀ ਬਾਣੀ ਕੈਸੀ ਹੈ, ਸਾਡੇ ਕਰਨੀ ਕੈਸੀ ਹੈ, ਕਰਮ ਕੈਸੇ ਹੈ। ਜੇ ਅਸੀਂ ਮਿੱਠਾ ਬੋਲਦੇ ਹਾਂ ਜੋ ਸਭ ਨੂੰ ਚੰਗਾ ਲੱਗੇ ਤੇ ਅਸੀਂ ਸਭ ਦੀਆਂ ਨਜ਼ਰਾਂ 'ਚ ਪਿਆਰੇ ਹੋ ਜਾਵਾਂਗੇ, ਤਾਂ ਜੇ ਅਸੀਂ ਕੋੜਾ ਬੋਲਦੇ ਜੋ ਸਭ ਨੂੰ ਬੁਰਾ ਲੱਗੇ ਤਾਂ ਸਾਰੇ ਸਾਨੂੰ ਡਾਂਟਾ ਹੀ ਮਾਰਨਗੇ, ਪੱਥਰ ਹੀ ਮਾਰਨਗੇ, ਦੌੜ ਜਾ, ਤੇਰੀ ਸ਼ਕਲ ਨਹੀਂ ਦੇਖਣੀ। ਤੁਹਾਡੇ ਕਰਮ, ਤੁਹਾਡੀ ਕਰਨੀ ਇਹ ਤੈਅ ਕਰਦੀ ਹੈ ਕਿ ਤੁਹਾਡੇ ਜੀਵਨ 'ਚ ਸੁੱਖ ਆਣਾ ਜਾਂ ਦੁੱਖ। ਕਿਉਂਕਿ ਅੱਛੇ ਕਰਮ ਕਰਾਂਗੇ, ਸੇਵਾ ਸਿਮਰਨ ਕਰਾਂਗੇ ਤਾਂ ਖੁਸ਼ੀਆਂ ਆਣਗੀਆਂ, ਔਰ ਮਾੜੇ ਕਰਮ ਕਰਾਂਗੇ ਤਾਂ ਜੀਵਨ 'ਚ ਦੁੱਖ ਆਣਗੇ, ਰਾਸ਼ੀ ਚਾਹੇ ਕੋਈ ਵੀ ਹੋਵੇ। ਇਸ ਲਈ ਕੰਸ ਦੇ ਕਰਮ ਮਾੜੇ ਸੀ, ਰਾਸ਼ੀ ਉਹੀ ਸੀ, ਕਰਮ ਮਾੜੇ ਸੀ ਤਾਂ ਅੱਜ ਦੁਨੀਆ ਮਾੜਾ ਕਹਿੰਦੀ ਹੈ। ਤਾਂ ਸ਼੍ਰੀ ਕ੍ਰਿਸ਼ਨ ਰਾਸ਼ੀ ਉਹੀ ਸੀ, ਕਰਮ ਅੱਛੇ ਸੀ ਤਾਂ ਦੁਨੀਆ ਨੂੰ ਭਗਵਾਨ ਕਹਿੰਦੀ ਹੈ। ਹੁਣ ਕਾਹਦੇ ਨਾਲ ਸ਼ੈਤਾਨ ਨੂੰ ਭਗਵਾਨ ਤੋਲਿਆ ਜਾਂਦਾ ਹੈ, ਰਾਸ਼ੀ ਨਾਲ ਜਾਂ ਕਰਨੀ ਨਾਲ? ਜਵਾਬ ਦੇ ਦਿਓ। ਤਾਂ ਫਿਰ ਕਿਉਂ ਰਾਸ਼ੀਆਂ ਚੱਕਰਾਂ 'ਚ ਪਏ ਹੋ? ਅੱਜ ਤੋਂ ਆਪਣੀ ਕਰਨੀ ਨੂੰ ਸਹੀ ਕਰੋ, ਕਿ ਕਰਨੀ ਸਹੀ ਕਰਾਂਗੇ ਤਾਂ ਅਸੀਂ ਵੀ ਇਨਸਾਨ ਤੋਂ ਭਗਵਾਨ ਹੋ ਸਕਦੇ ਹਾਂ। ਜੇ ਰਾਸ਼ੀ ਨੇ ਕੁਝ ਕਰਨਾ ਹੁੰਦਾ ਫਿਰ ਤਾਂ ਬਚਪਨ ਤੋਂ ਹੋ ਜਾਂਦੇ, ਕਿਉਂਕਿ ਜੰਮਦਿਆਂ ਦਾ ਮਾਂ ਬਾਪ ਨੇ ਨਾਮ ਰੱਖ ਦਿੱਤਾ ਸੀ, ਰੱਖ ਦਿੱਤਾ ਕਿ ਨਹੀਂ? ਜੇ ਰਾਸ਼ੀ ਦੇ ਹੱਥ 'ਚ ਕੁਝ ਹੁੰਦਾ ਉਦੋਂ ਦਾ ਹੋ ਜਾਂਦਾ, ਪਰ ਨਹੀਂ। ਇਹ ਕਰਨ ਵਾਲਾ ਉਹ ਦਾਤਾ ਹੈ, ਪਰ ਉਹਨਾਂ ਦੇਖਣੀ ਸਾਡੀ ਕਰਨੀ। ਇਸ ਲਈ ਅੱਛੀ ਕਰਨੀ ਕਰੋ, ਸੇਵਾ ਸਿਮਰਨ ਕਰੋ, ਨਾਮ ਨਾਲ ਜੁੜੋ, ਯਕੀਨ ਕਰੋ ਆਪਣੇ ਮਾਲਿਕ ਤੇ, ਤਾਂ ਤੁਹਾਡੇ ਜੀਵਨ 'ਚ ਖੁਸ਼ੀਆਂ ਖੁਸ਼ੀਆਂ ਆਣਗੀਆਂ। ਇਸ ਲਈ ਅਸੀਂ ਕਹਿ ਰਹੇ ਸੀ, ਕੀ ਕਹਿ ਰਹੇ ਸੀ, ਜਰਾ ਧਿਆਨ ਦੇਣਾ कि पंडित कहते हैं कहीं भी जाने से पहले राशि दिन मुहूर्त देख के निकला करो, मगर हम ये कहते हैं कहीं भी जाने से पहले अपने मुर्शद की सूरत देख के निकला करो। राशि देखने की लोड़ नहीं, मुहूर्त देखने की लोड़ नहीं, बस अपने वो सच्चे मुर्शद दा दीदार करके जाओ, दर्शन करके जाओ। क्योंकि जो सतगुर का दर्शन कर लिया ना, तो जे ओदा रूप है तो ओदा दर्शन कर लिया, तो रब दी रहमतां आपे ही साडे नाल हो गई, फिर तो कोई लोड़ ही नहीं किसी चीज़ की। इसलिए अज तो समझाने को तो बहुत कुछ है, पर हुण टाइम काफ़ी हो गया है। लंगर पानी तो छक लिया ना तुसीं, एक बारी फिर छकना हले है, कोई नहीं, छक लियो। मालिक दे खुले भंडार है, भरे हुए भंडार है, कमी तो कोई है ही नहीं, समझ दिओ कि नहीं? इसलिए भरपूर होके जाना है, तो अपने मन च यकीन रखना है, विश्वास रखना है। हुण सत्संग की समाप्ति तो पहला एक बारी कह दीए फिर कि मैनू अपने मालिक दे पूरा, मैनू अपने मालिक दे पूरा, मैनू अपने मालिक दे पूरा, मेरिया झोलियां रहमत नाल, मेरिया झोलियां रहमत नाल, मेरिया झोलियां रहमत नाल, मेरे सारे दुख दूर, मेरे सारे दुख दूर, मेरे सारे दुख दूर। तब जाओ, हो गए। महसूस करो किसी को कोई दुख है तो हुण लगेगा मैं ठीक हाँ। अंदर एक जीव कहता सी माल को कमर दर्द है, चेक करो हुण दर्द हैगी कि नहीं? हाँ देखो, चेक करो, हैगी? तेरा गौर करके देखना, हुण लगेगा नहीं मैं ठीक हाँ। क्योंकि उसकी रहमत जो हो जाए ना, तो जे एक छोटा जिहा चिराग जगदा है तो अंधेरे दूर हो जाते हैं, तो जो उसकी रहमत हो जाए तो दुख क्यों नहीं दूर होणगे? जरा सोचो, जे छोटे जे दीवे के अंदर ये ताकत है कि वह रात के अंधेरे नूं दूर कर सकता है, तो मालिक की रहमत एडी बड़ी है, जे उत्ते यकीन होवे तो साडे जीवन के दुख भी जरूर दूर हो जाते हैं। इसलिए एक गल कहांगे कि एक छोटा सा मिट्टी का दिया सारी रात अंधेरे से लड़ता है। एक छोटा सा मिट्टी का दिया सारी रात अंधेरे से लड़ता है। ओए तू तो उस मालिक का दिया है, तू किस बात से डरता है? तुसी कहदे दिए जिद्दां बंदा कहंदा ना ये दात मेरे रब दी दित्ती हुई है, रब ने दिता ना तुहानूं, फिर तुसी तां ओहदे दिए हो, ਉਹਦੀਆਂ ਦਿੱਤੀਆਂ ਦਾਤਾਂ ਨਾਲ ਬਣੇ ਹੋ ਤੁਸੀਂ, ਉਹਨੇ ਜਨਮ ਦਿੱਤਾ ਤੁਹਾਨੂੰ। ਜੇ ਇੱਕ ਮਿੱਟੀ ਦਾ ਦੀਵਾ ਸਾਰੀ ਰਾਤ ਅੰਧੇਰੇ ਨਾਲ ਲੜ ਸਕਦਾ ਹੈ, ਤਾਂ ਫਿਰ ਇੱਥੇ ਰੱਖੋ, ਕੋਈ ਦੁੱਖ ਤਕਲੀਫ ਆਵੇ ਵੀ, ਉਹ ਮੈਂ ਆਪਣੇ ਮਾਲਿਕ ਦਾ ਦੀਵਾ ਆ, ਮੈਂ ਕਿਸੇ ਗੱਲ ਤੋਂ ਨਹੀਂ ਡਰਦਾ, ਮੇਰਾ ਮਾਲਿਕ ਮੇਰੇ ਨਾਲ ਹੈ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਮੈਨੂੰ ਵਿਸ਼ਵਾਸ ਹੈ ਆਪਣੇ ਮਾਲਿਕ ਤੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਸੋ ਅੱਜ ਤੋਂ ਇਕੱਲੇ ਨਹੀਂ ਸਮਝਣਾ ਆਪਣੇ ਆਪ ਨੂੰ, ਜੇ ਇਕੱਲੇ ਸਮਝੋਗੇ ਤਾਂ ਇਕੱਲੇ ਹੀ ਰਹਿ ਜਾਓਗੇ, ਤਾਂ ਜੇ ਵਿਸ਼ਵਾਸ ਰੱਖੋਗੇ ਮੇਰਾ ਮਾਲਿਕ ਮੇਰੇ ਨਾਲ ਹੈ, ਤਾਂ ਹਰ ਕਦਮ ਤੇ ਮਾਲਿਕ ਤੁਹਾਡੇ ਨਾਲ ਹੋਣਗੇ। ਅੱਜ ਪੂਰੇ ਵਿਸ਼ਵਾਸ ਨਾਲ ਇੱਥੋਂ ਚੱਲਣਾ। ਜਿਹੜੇ ਇੱਥੋਂ ਸਤਸੰਗ ਸੁਣਗੇ ਨਾ, ਲੰਗਰ ਛਕ ਕੇ ਘਰ ਨੂੰ ਵੀ ਜਾਣਾ ਤਾਂ ਖੁਸ਼ੀ ਨਾਲ ਜਾਣਾ ਕਿ ਮੈਂ ਇਕੱਲਾ ਨਹੀਂ ਜਾ ਰਿਹਾ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ।
ਤਾਂ ਤੁਸੀਂ ਆਪ ਮਹਿਸੂਸ ਕਰੋਗੇ ਵਾਕਈ ਉਹ ਨਾਲ ਹੀ ਹੈ ਮੇਰੇ, ਕਿਉਂਕਿ ਕਿਤੇ ਵੀ ਸਾਡੇ ਤੋਂ ਇੱਕ ਪਲ ਵੀ ਉਹ ਜੁਦਾ ਨਹੀਂ ਹੈ। ਇਸ ਲਈ ਬਸ ਅੱਜ ਇਹ ਤੁਹਾਡੇ ਅੰਦਰ ਜਿਹੜਾ ਯਕੀਨ ਦਾ ਦੀਵਾ ਬਾਲਿਆ ਨਾ, ਬਲਿਆ ਕਿ ਨਹੀਂ? ਵਿਸ਼ਵਾਸ ਦਾ ਦੀਵਾ ਬਲਿਆ ਕਿ ਨਹੀਂ? ਇਹਨੂੰ ਹੁਣ ਬੁਝਣ ਨਹੀਂ ਦੇਣਾ, ਇਹ 'ਚ ਆਪਣੇ ਪ੍ਰੇਮ ਦਾ ਤੇਲ ਪਾਉਂਦੇ ਹੀ ਰਹਿਣਾ ਹੈ। ਔਰ ਜਦੋਂ ਵੀ ਕੋਈ ਦੁੱਖ ਤਕਲੀਫ ਮੁਸੀਬਤ ਡਰਾਵੇ ਤਾਂ ਦਿਲ ਤੇ ਹੱਥ ਰੱਖ ਲਿਓ, ਕਿਉਂਕਿ ਇੱਥੇ ਤਾਂ ਉਹ ਰਹਿੰਦਾ ਹੈ। ਇਹ ਦਿਲ ਰੱਬ ਸੱਚੇ ਦਾ ਹੁਜਰਾ, ਇਹ ਰੱਬ ਦਾ ਕਮਰਾ ਦਿਲ ਹੀ ਤਾਂ ਹੈ। ਇਹ ਦਿਲ ਤੇ ਹੱਥ ਰੱਖ ਕੇ ਕਹਿਣਾ ਮੈਂ ਕਿਉਂ ਡਰਦਾ ਜਦ ਮੇਰਾ ਮਾਲਿਕ ਮੇਰੇ ਨਾਲ ਹੈ, ਮੇਰੇ ਅੰਦਰ ਮੈਨੂੰ ਪੈਦਾ ਕਰਨ ਵਾਲਾ ਬੈਠਾ ਹੈ। ਜੇ ਉਹ ਮੇਰੇ ਨਾਲ ਹੈ ਤਾਂ ਮੈਂ ਕਿਸੇ ਚੀਜ਼ ਤੋਂ ਡਰਨਾ ਨਹੀਂ ਹੈ, ਕਿਉਂਕਿ ਉਹਦੀ ਰਹਿਮਤ ਹੈ। ਤਾਂ ਜੇ ਕਿਸੇ ਨੂੰ ਕੋਈ ਤਕਲੀਫ ਹੋਵੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਬੰਦ ਕਰਕੇ ਕਿਹਾ ਕਰੋ ਮਾਲਿਕ ਦੀ ਰਹਿਮਤ ਤੇ ਮੈਨੂੰ ਪੂਰਾ ਵਿਸ਼ਵਾਸ ਹੈ, ਮਾਲਿਕ ਦੀ ਰਹਿਮਤ ਨਾਲ ਮੇਰੇ ਸਾਰੇ ਦੁੱਖ ਦੂਰ। ਇਹ ਸੋਚਦੇ ਸੋਚਦੇ ਸੌ ਜਾਓ ਤਾਂ ਸਵੇਰ ਤੱਕ ਤੁਸੀਂ ਆਪ ਦੇਖੋਗੇ ਕਿ ਤੁਹਾਡਾ ਸਰੀਰ ਹਲਕਾ ਹੋ ਜਾਏਗਾ। ਸਮਝਦੇ ਹੋ ਕਿ ਨਹੀਂ? ਇਸ ਲਈ ਵਿਸ਼ਵਾਸ ਰੱਖਣਾ ਹੈ। ਔਰ ਦੇਖੋ ਫਿਰ ਇੱਕ ਕਮੇਟੀ ਵਾਲੇ ਨੇ ਹੋਰ ਵੀ ਕੀ ਇੰਤਜ਼ਾਮ ਕੀਤਾ ਹੈ ਕਿ ਇੰਨੀ ਸੰਗਤ ਆਈ ਹੈ, ਕੋਈ ਖਾਲੀ ਨਾ ਜਾਵੇ, ਸਾਰਿਆਂ ਨੂੰ ਪ੍ਰਸ਼ਾਦ ਦੇ ਕੇ ਭੇਜਣਾ ਹੈ। ਦੇਖੋ ਇਹ ਵੀ ਇਹਨਾਂ ਦਾ ਕਿ ਮਾਲਕੋ ਰਹਿਮਤ ਕਰ ਦਿਓ ਪ੍ਰਸ਼ਾਦ ਤੇ, ਤਾਂ ਕਿ ਸਾਰੇ ਜੀ ਪ੍ਰਸ਼ਾਦ ਲੈ ਕੇ ਜਾਣ। ਤਾਂ ਸਤਸੰਗ ਤੋਂ ਬਾਅਦ ਲਾਈਨ ਲਾ ਕੇ ਪ੍ਰਸ਼ਾਦ ਲੈ ਕੇ ਵੀ ਜਾਣਾ ਹੈ, ਕਿਉਂਕਿ ਪ੍ਰਸ਼ਾਦ ਨਹੀਂ ਹੈ, ਇਹ ਕੀ ਹੈ? ਉਹ ਮਾਲਕ ਦੀਆਂ ਰਹਿਮਤਾਂ ਆ। ਇਹ ਰਹਿਮਤ ਸਮਝ ਕੇ ਕਰਾਂਗੇ ਨਾ ਤਾਂ ਫਿਰ ਰਹਿਮਤ ਹੈ। ਤੇ ਜੇ ਕਹਾਂਗੇ ਮਿਸ਼ਰੀ ਤਾਂ ਫਿਰ ਤਾਂ ਮਿਸ਼ਰੀ ਹੈ। ਤਾਂ ਜੇ ਕਹਾਂਗੇ ਉਹਦੀ ਰਹਿਮਤ ਹੈ ਤਾਂ ਫਿਰ ਕੀ ਹੋ ਜਾਏਗਾ? ਉਹਦੀ ਰਹਿਮਤ ਹੋ ਜਾਏਗੀ। ਸਮਝਦੇ ਹੋ ਕਿ ਨਹੀਂ? ਇਸ ਲਈ ਉਹਦੀ ਰਹਿਮਤ ਸਮਝ ਲਈਏ ਨਾ ਤਾਂ ਇੱਕ ਮਿੱਟੀ ਦੀ ਚੁਟਕੀ ਵੀ ਸਾਡੇ ਬੜੇ ਬੜੇ ਦੁੱਖਾਂ ਨੂੰ ਦੂਰ ਕਰ ਸਕਦੀ ਹੈ। ਇੰਨੀ ਤਾਕਤ ਹੈ ਉਹਦੀ ਰਹਿਮਤ ਅੰਦਰ, ਕਿਉਂਕਿ ਉਹਦੀ ਰਹਿਮਤ ਮੁਹਤਾਜ ਨਹੀਂ ਹੈ ਕਿਸੇ ਚੀਜ਼ ਦੀ। ਉਹਦੇ ਤੇ ਯਕੀਨ ਹੋਵੇ ਤਾਂ ਬੰਦਾ ਭਰਪੂਰ ਹੋ ਜਾਂਦਾ ਹੈ। ਇਸ ਲਈ ਆਪਣੇ ਅੰਦਰ ਬੈਠੇ ਆਪਣੇ ਮਾਲਿਕ ਤੇ, ਆਪਣੇ ਜਨਮਦਾਤਾ ਤੇ ਵਿਸ਼ਵਾਸ ਰੱਖਣਾ ਹੈ। ਦੁੱਖਾਂ ਤਕਲੀਫਾਂ ਦੀ ਪਰਵਾਹ ਨਹੀਂ ਕਰਨੀ, ਡਰਨਾ ਨਹੀਂ ਹੈ ਇਹਨਾਂ ਤੋਂ, ਯਕੀਨ ਰੱਖਣਾ ਹੈ ਕਿ ਹਰ ਕਦਮ ਤੇ ਮੇਰਾ ਮਾਲਿਕ ਮੇਰੇ। ਸੋ ਹੋ ਗਿਆ ਨਾ ਯਕੀਨ? ਹੁਣ ਚਲੋ ਹੁਣ ਆਖਰਲੇ ਬਚਨਾਂ 'ਚ ਇਹੀ ਮਾਲਕ ਅੱਗੇ ਅਰਦਾਸ ਬੇਨਤੀ ਕਰਾਂਗੇ ਕਿ ਮਾਲਕ ਆਪਣੀ ਕਿਰਪਾ, ਦਇਆ, ਮਿਹਰ, ਰਹਿਮਤ, ਬਖਸ਼ਿਸ਼ ਹਮੇਸ਼ਾ ਹੀ ਤੁਹਾਡੇ ਤੇ ਬਣਾਏ ਰੱਖਣ। ਇੱਕ ਵਾਰ ਸਮਾਈਲ ਕਰੋ, ਜਰਾ ਸਮਾਈਲ, ਜਰਾ ਖੁੱਲ ਕੇ ਸਮਾਈਲ ਕਰੋ। ਕਿਉਂ ਕਰਾ ਰਹੇ ਹਾਂ? ਤਾਂ ਕਿ ਜਿੱਦਾਂ ਹੁਣ ਤੁਸੀਂ ਹੱਸ ਰਹੇ ਹੋ, ਮੁਸਕਰਾ ਰਹੇ ਹੋ, ਮਾਲਕ ਇੰਨੀ ਰਹਿਮਤ ਕਰਨ ਕਿ ਇਹ ਖੁਸ਼ੀ ਤੁਹਾਡੇ ਜੀਵਨ 'ਚ ਸਦਾ ਹੀ ਬਣੀ ਰਵੇ। ਆਉਣ ਵਾਲਾ ਹਰ ਪਲ, ਹਰ ਘੜੀ ਤੁਹਾਡੇ ਵਾਸਤੇ ਖੁਸ਼ੀਆਂ ਭਰੀ ਹੋਵੇ। ਤੁਹਾਡੇ ਅੰਦਰੋਂ ਸਾਰੇ ਡਰ, ਸਾਰੀਆਂ ਸ਼ੰਕਾਵਾਂ, ਸਾਰੀਆਂ ਚਿੰਤਾਵਾਂ ਮਾਲਕ ਦੂਰ ਕਰ ਦੇਣ। ਔਰ ਤੁਹਾਡੇ ਸਭ ਦੇ ਅੰਦਰੋਂ ਪ੍ਰੇਮ ਦਾ, ਉਹ ਵਿਸ਼ਵਾਸ ਦਾ ਐਸਾ ਚਿਰਾਗ ਜਗ ਜਾਵੇ ਕਿ ਤੁਹਾਡੇ ਜੀਵਨ ਦੇ ਸਾਰੇ ਦੁੱਖ ਤਕਲੀਫਾਂ ਦੇ ਅੰਧੇਰੇ ਦੂਰ ਹੋ ਜਾਣ। ਇੰਨੀ ਰਹਿਮਤ ਮਾਲਿਕ ਤੁਹਾਡੇ ਤੇ ਕਰਨ, ਤੁਹਾਨੂੰ ਸੇਵਾ ਸਿਮਰਨ ਕਰਨ ਦਾ, ਨੇਕ ਮਾਰਗ ਤੇ ਚੱਲਣ ਦਾ, ਬੰਦਗੀ ਕਰਨ ਦਾ ਮਾਲਿਕ ਬਲ ਬਖਸ਼ਣ। ਔਰ ਜਿੱਦਾਂ ਉਹ ਫਕੀਰਾਂ ਨੇ ਕਿਹਾ ਸੀ ਰੱਬਾ ਇਹਨਾਂ ਮੈਨੂੰ ਰੰਗਿਆ, ਇਹਨਾਂ ਨੂੰ ਵੀ ਰੰਗ ਦੇ, ਤਾਂ ਮਾਲਿਕ ਤੁਹਾਨੂੰ ਵੀ ਆਪਣੀਆਂ ਰਹਿਮਤਾਂ ਦੇ ਰੰਗ 'ਚ ਐਸਾ ਰੰਗ ਦੇਵੇ ਕਿ ਕਦੇ ਕਿਸੇ ਚੀਜ਼ ਦੀ ਤੁਹਾਨੂੰ ਜੀਵਨ 'ਚ ਕਮੀ ਆਵੇ ਨਾ। ਆਉਣ ਵਾਲਾ ਹਰ ਪਲ ਤੁਹਾਡੇ ਵਾਸਤੇ ਖੁਸ਼ੀਆਂ ਭਰਿਆ ਹੋਵੇ, ਕਾਮਯਾਬੀ ਭਰਿਆ ਹੋਵੇ, ਸਫਲਤਾ ਭਰਿਆ ਹੋਵੇ। ਇਹੀ ਸਾਡੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਹੋਏ ਇਸ ਮਾਲਿਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।